प्यारे बच्चों गुड मॉर्निंग। ਅੱਜ ਆਪਾਂ ਵਰਕਸ਼ੀਟ ਨੰਬਰ 7 ਲੈਸਨ 1 to 8 ਸਬਜੈਕਟ ਇੰਗਲਿਸ਼ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਵੀ ਅਸੀਂ 6 ਕਰ ਚੁੱਕੇ। ਪਿਆਰੇ ਬੱਚਿਓ, ਮੈਂ ਤੁਹਾਨੂੰ ਰੋਜ਼ ਇੱਕੋ ਰਿਕੁਐਸਟ ਕਰਦੀ ਹਾਂ, ਪਲੀਜ਼ ਤੁਸੀਂ ਵੀਡੀਓ ਨੂੰ ਐਂਡ ਤੱਕ ਚੰਗੀ ਤਰ੍ਹਾਂ ਸਮਝਿਆ ਕਰੋ। ਸਮਝਣ ਤੋਂ ਬਾਅਦ ਹੀ ਤੁਸੀਂ ਆਪਣੀ ਵਰਕਸ਼ੀਟ ਪੂਰੀ ਕਰਨੀ ਹੈ। ਜੇਕਰ ਤੁਸੀਂ ਇੱਦਾਂ ਹੀ ਨਿਸ਼ਾਨੀਆਂ ਲਗਾਤੀਆਂ ਵੀ ਇਸ ਦਾ ਏ ਉੱਤਰ ਹੈ ਜੀ, ਇਸ ਦਾ ਬੀ ਉੱਤਰ ਹੈ, ਇਸ ਦਾ ਸੀ ਉੱਤਰ ਹੈ, ਤਾਂ ਤੁਹਾਨੂੰ ਪੇਪਰ ਦੇ ਵਿੱਚ ਕੋਈ ਵੀ ਸਮਝ ਨਹੀਂ ਆਏਗੀ। ਪਲੀਜ਼ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸਮਝੋ। ਸਮਝਣ ਤੋਂ ਬਾਅਦ ਹੀ ਤੁਸੀਂ ਫਿਰ ਆਪਣੀ ਵਰਕਸ਼ੀਟ ਪੂਰੀ ਕਰਨੀ ਹੈ। ਮੈਨੂੰ ਉਮੀਦ ਹੈ ਕਿ ਮੇਰੇ ਪਿਆਰੇ ਬੱਚੇ ਆਪਣੇ ਟੀਚਰ ਦਾ ਕਹਿਣਾ ਜ਼ਰੂਰ ਮੰਨਣਗੇ। ਹਾਂਜੀ ਮੇਰੇ ਪਿਆਰੇ ਬੱਚਿਓ, ਸੁਣੋ। ਪਹਿਲਾ ਕੁਐਸਚਨ ਹੈਗਾ, ਚੂਜ਼ ਦਾ ਕਰੈਕਟ ਮੀਨਿੰਗ ਆਫ ਆਰਡੀਨਰੀ। ਆਰਡੀਨਰੀ ਹੁੰਦਾ ਬੱਚੋ ਸਧਾਰਨ, ਆਮ, ਨੋਰਮਲ। ਤਾਂ ਇਹਦਾ ਮੀਨਿੰਗ ਆਰਡੀਨਰੀ ਦਾ ਬੱਚੋ ਕੀ ਹੈ? ਨੋਰਮਲ, ਸਧਾਰਨ, ਸਿੰਪਲ, ਸਾਦਾ। ਠੀਕ ਹੈ ਨਾ, ਬੀ ਆਨਸਰ ਸਹੀ ਹੈ। ਦੋਨਾਂ ਦੇ ਮੀਨਿੰਗ ਇੱਕੋ ਹੀ ਹਨ। ਅੱਗੇ ਸੈਕੰਡ ਕੁਐਸਚਨ ਦੇਖੋ, ਚੂਜ਼ ਦਾ ਇਨਕਰੈਕਟ ਸਟੇਟਮੈਂਟ। ਇਨਕਰੈਕਟ ਹੁੰਦਾ ਬੱਚੋ ਗਲਤ, ਵੀ ਇਹਨਾਂ ਵਿੱਚ ਕੋਈ ਗਲਤ ਹੈ। ਠੀਕ ਹੈ ਨਾ, ਤਾਂ ਦੇਖੋ ਫਸਟ ਹੈਗਾ, ਆਵਰ ਬੱਸ ਵਿਲ ਸਟਾਪ ਫਾਰ ਐਨ ਆਰ। ਹਾਂਜੀ, ਜਿਹੜੀ ਆਰ ਬੱਸ ਵਿਲ ਸਟਾਪ ਫਾਰ ਐਨ ਆਰ, ਸਾਡੀ ਬੱਸ 1 ਘੰਟਾ ਰੁਕੇਗੀ। ਬਿਲਕੁਲ ਸਹੀ ਹੈ। ਹਰ ਸਨ ਇਜ਼ ਪਲੇਇੰਗ ਇਨ ਦਾ ਸਨ। ਹਾਂਜੀ ਬੱਚੋ, ਸਨ ਇਨ ਦਾ ਸਨ ਰੋਸ਼ਨੀ ਵਿੱਚ ਖੇਡ ਰਿਹਾ ਹੈ, ਸੂਰਜ ਦੀ ਰੋਸ਼ਨੀ ਦੇ ਵਿੱਚ, ਪਰ ਧੁੱਪ ਦੇ ਵਿੱਚ। ਤੇ ਇੱਥੇ ਬੱਚੋ ਇੱਕ ਇਨ ਹੀ ਆਏਗਾ। ਠੀਕ ਹੈ, ਉਸਦਾ ਲੜਕਾ ਧੁੱਪ ਦੀ ਰੋਸ਼ਨੀ ਵਿੱਚ ਕੀ ਆਪਾਂ ਕਹਿ ਸਕਦੇ ਹਾਂ, ਖੇਡ ਰਿਹਾ ਹੈ। ਰੋਸ਼ਨੀ ਨਹੀਂ ਕਹਿ ਸਕਦੇ, ਧੁੱਪ ਦੇ ਵਿੱਚ ਵੀ ਕਹਿ ਸਕਦੇ ਹਾਂ, ਧੁੱਪ ਵਿੱਚ ਖੇਡ ਰਿਹਾ ਵੀ ਕਹਿ ਸਕਦੇ ਹਾਂ। ਆਈ ਕੈਨ ਰਾਈਟ ਵੈਲ। ਹਾਂਜੀ ਬੱਚੋ, ਰਾਈਟ ਤੇ ਵੈਲ ਦਾ ਇੱਕੋ ਮੀਨਿੰਗ ਹੈ। ਇਹ ਵਾਲਾ ਜਿਹੜਾ ਆਪਸ਼ਨ ਹੈ ਇਹ ਗਲਤ ਹੈ। ਇੱਕੋ ਆਈ ਕੈਨ ਰਾਈਟ ਵੈਲ, ਹਾਂਜੀ ਇਹ ਕੀ ਹੈ? ਇਹ ਗਲਤ ਹੈ। ਇੱਕੋ ਮੀਨਿੰਗ ਆ ਗਏ ਦੋਨਾਂ ਦੇ, ਰਾਈਟ ਤੇ ਵੈਲ ਦਾ। ਆਈ ਲਾਈਕ ਟੂ ਸੀ ਦਾ ਸੀ, ਮੈਂ ਕੀ ਹੈ ਸਮੁੰਦਰ ਕੀ ਹੈ ਦੇਖ ਸਕਦਾ ਹਾਂ। ਇਹ ਬਿਲਕੁਲ ਸੀ, ਮੈंने ਦੇਖਣਾ ਸੀ ਹੁੰਦਾ ਸਮੁੰਦਰ ਸਾਗ। ਠੀਕ ਹੈ, ਇਸ ਕਰਕੇ ਸੀ ਆਪਸ਼ਨ ਕੀ ਹੈ? ਗਲਤ ਹੈ। ਇਹ ਤੁਹਾਡਾ ਇਨਕਰੈਕਟ ਹੈ। ਥਰਡ ਕੁਐਸਚਨ, ਚੂਜ਼ ਦਾ ਆਡ ਵਨ ਆਊਟ। ਆਡ ਵਨ ਕਿਹੜੇ ਹੁੰਦੇ ਨੇ ਬੱਚਿਓ? ਆਪਾਂ ਕਹਿ ਸਕਦੇ ਹਾਂ 3 ਚੀਜ਼ਾਂ ਇੱਕੋ ਚੀਜ਼ ਨਾਲ ਮੇਲ ਖਾਂਦੀਆਂ ਨੇ, ਪਰ ਇੱਕ ਉਹਨਾਂ ਵਿੱਚੋਂ ਵੱਖਰਾ ਹੈ, ਇਹ ਦੱਸਣਾ ਆਪਾਂ ਨੇ। ਆਨੈਸਟੀ, ਇਮਾਨਦਾਰੀ, ਵਿਜ਼ਡਮ, ਮਾਰਟਰਸ, ਰਿਸਪੈਕਟ। ਹਾਂਜੀ ਬੱਚੋ, ਇਹ ਚੀਜ਼ਾਂ ਕਿਨੇ? ਰਿਸਪੈਕਟ ਹੈ, ਵਿਜ਼ਡਮ ਹੈ, ਜਿੱਤ, ਆਨੈਸਟੀ ਅਸੀਂ ਮਹਿਸੂਸ ਕਰ ਸਕਦੇ ਹਾਂ, ਅਸੀਂ ਦੇਖ ਨਹੀਂ ਸਕਦੇ। ਪਰ ਮਾਰਟਰਸ ਕੀ ਇੱਕ ਸ਼ਹੀਦੀ ਹੈ। ਠੀਕ ਹੈ, ਸ਼ਹੀਦ ਹੈ। ਇਹ ਕੀ ਅਸੀਂ ਇੱਥੇ ਸੀ ਆਪਸ਼ਨ ਇਸ ਸਹੀ ਹੈ। ਇਹ ਅਲੱਗ ਹੈ ਦੇਖੋ, ਹੈ ਨਾ। ਅੱਗੇ ਚੌਥਾ, ਟਿਕ ਦਾ ਨੈਸ਼ਨਲ ਫੈਸਟੀਵਲ ਆਫ ਇੰਡੀਆ। ਫੈਸਟੀਵਲ ਜਿਹੜੇ ਰਾਸ਼ਟਰੀ ਫੈਸਟੀਵਲ ਨੇ। ਠੀਕ ਹੈ, ਦੀਵਾਲੀ ਜ਼ਰੂਰੀ ਨਹੀਂ ਵੀ ਸਾਰੇ ਰਾਸ਼ਟਰੀ ਮਨਾਉਂਦਾ ਹੋਵੇ। ਕਈ ਲੋਕ ਦੀਵਾਲੀ ਦਾ, ਜਿਹੜੇ ਕਈ ਧਰਮ ਨੇ ਮੁਸਲਮਾਨ ਵਗੈਰਾ, ਘੱਟ ਮਨਾਉਂਦੇ ਆ, ਕਹਿ ਸਕਦੇ ਆ। ਰਾਖੀ ਕੋਈ ਸਾਰੇ ਨਹੀਂ ਮਨਾ ਸਕਦੇ। ਹੋਲੀ ਵੀ ਕੋਈ ਸਾਰੇ ਨਹੀਂ, ਜ਼ਿਆਦਾ ਹਿੰਦੂਆਂ ਦਾ, ਲੋਕਾਂ ਦਾ, ਸਿੱਖਾਂ ਦਾ ਤਿਉਹਾਰ ਹੀ ਹੈ, ਮੁਸਲਮਾਨ ਨਹੀਂ ਮਨਾਉਂਦੇ। ਪਰ ਰਿਪਬਲਿਕ ਡੇ ਹੈ ਕਿ ਆਜ਼ਾਦੀ ਦਾ ਦਿਨ ਹੈ, ਫੈਸਟੀਵਲ ਹੈ, ਕਿ ਸਾਡਾ ਸਭ ਦਾ ਨੈਸ਼ਨਲ ਫੈਸਟੀਵਲ ਹੈ। ਠੀਕ ਹੈ, ਇਸ ਕਰਕੇ ਸੀ ਆਪਸ਼ਨ ਇਜ਼ ਰਾਈਟ ਆਨਸਰ ਹੈ। ਪੰਜਵਾਂ ਕੁਝ ਫੈਸਟੀਵਲ ਹੁੰਦੇ ਨੇ ਤਿਉਹਾਰ। ਠੀਕ ਹੈ ਨਾ, ਚੂਜ਼ ਦਾ ਸਿੰਪਲ ਪ੍ਰੈਜੈਂਟ ਫਾਰਮ ਆਫ ਦਾ ਵਰਬ। ਹਾਂਜੀ, ਅਸੀਂ ਇੱਥੇ ਕੀ ਕਰਨਾ ਹੈ? ਇਹਨਾਂ ਦੇ ਨੀਚੇ ਸਾਰੀਆਂ ਵਰਬ ਦੀਆਂ ਫਾਰਮਾਂ ਦੱਸੀਆਂ ਹੋਈਆਂ ਨੇ। ਅਸੀਂ ਕੀ ਸਿੰਪਲ ਪ੍ਰੈਜੈਂਟ ਦੇ ਵਿੱਚ ਦੱਸਣਾ। ਸੈਕਿੰਡ ਦਾ ਪਾਸਟ ਕਿਹੜੇ ਦੇ ਵਿੱਚ? ਜਿਹਦੇ ਨਾਲ ਈਡੀ ਲੱਗੀ ਹੋਵੇ। ਠੀਕ ਹੈ ਨਾ, ਤਾਂ ਆਪਾਂ ਕਹਿ ਸਕਦੇ ਹਾਂ ਈਡੀ ਨਹੀਂ ਪੈ ਕਹਿ ਸਕਦੇ, ਜਿਹੜੀ ਸੈਕਿੰਡ ਫਾਰਮ ਹੁੰਦੀ ਹੈ, ਜ਼ਰੂਰੀ ਨਹੀਂ ਵੀ ਈਡੀ ਲੱਗੀ ਹੋਵੇ। ਤਾਂ ਫਸਟ ਫਾਰਮ, ਸੈਕਿੰਡ। ਜੇ ਆਪਾਂ ਕਹਿੰਦੇ ਹਾਂ ਡਾਂਸ, ਡਾਂਸਡ, ਡਾਂਸਡ। ਡਾਂਸਡ ਕੀ ਹੈ? ਇਹ ਕਿ ਪਾਸਟ 'ਚ ਆ ਗਈ। ਠੀਕ ਹੈ, ਪਾਸਟ ਆਪਾਂ ਕਹਿ ਸਕਦੇ ਹਾਂ ਸੈਕਿੰਡ ਫਾਰਮ ਹੈ। ਪਰ ਕੀ ਹੈ? ਡਾਂਸ ਅਤੇ ਪ੍ਰੈਜੈਂਟ ਕਿਹੜੇ ਦੇ? ਵਰਬ ਦੇ ਨਾਲ ਕੀ ਹੈ? ਜਿਹਦੇ ਨਾਲ ਐਸ ਜਾਂ ਈ ਐਸ ਲੱਗਾ ਸਕਦਾ, ਜਾਂ ਆਪਾਂ ਕਹਿੰਦੇ ਸਿੰਪਲ ਫਾਰਮ ਡਾਂਸ। ਠੀਕ ਹੈ, DANCES, ਡਾਂਸਿਸ। ਇਹ ਕੀ ਆ ਗਿਆ? ਦ ਗਰਲ ਡਾਂਸਿਸ ਵੈਰੀ ਵੈਲ। ਲੜਕੀ ਦਾ ਜਿਹੜਾ ਡਾਂਸ ਸੀ ਉਹ ਬਹੁਤ ਵਧੀਆ ਸੀ, ਕਿਉਂਕਿ ਸਿੰਗੂਲਰ ਦੇ ਨਾਲ ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈ ਐਸ ਲੱਗਦਾ, ਇਸ ਕਰਕੇ ਡਾਂਸਿਸ ਆ ਜਾਏਗਾ। ਡਾਂਸ ਵੀ ਨਹੀਂ ਆਏਗਾ, ਡਾਂਸਡ ਵੀ ਨਹੀਂ ਆਏਗਾ। ਡਾਂਸਡ ਤਾਂ ਆਉਂਦਾ ਜੇਕਰ ਇੱਥੇ ਸਾਨੂੰ ਪਾਸਟ ਦੇ ਫਾਰਮ ਦੇ ਵਿੱਚ ਦੱਸਣਾ ਹੁੰਦਾ। 6ਵਾਂ ਪਾਰਟ, ਚੂਜ਼ ਦਾ ਕਰੈਕਟ ਸਪੈਲਿੰਗ। ਅਸੀਂ ਹਾਂਜੀ ਇੰਡੀਪੈਂਡੈਂਸ ਦੇ ਅਸੀਂ ਸਪੈਲਿੰਗ ਦੱਸ ਰਹੇ ਨੇ, ਕਿਹੜੇ ਸਹੀ ਨੇ ਬੱਚੋ? ਡੀ ਦੇ ਵਿੱਚ ਬਿਲਕੁਲ ਸਹੀ ਹੈ, INDEPENDENCE। ਇੰਡੀਪੈਂਡੈਂਸ ਸਪੈਲਿੰਗ ਕੀ ਹੈ? ਆਜ਼ਾਦ ਦੀ ਕੀ ਹੈ? ਇਹ ਹੈ ਡੀ ਪਾਰਟ ਸਹੀ ਹੈ, ਸੁਤੰਤਰਤਾ। 7ਵਾਂ ਕੁਐਸਚਨ, ਦਾ ਪਲੂਰਲ ਬਰਸ਼ ਇਜ਼। ਹਾਂਜੀ ਬੱਚੋ, ਜਿੱਥੇ SH ਹੋਵੇ ਉੱਥੇ ਪਲੂਰਲ ਬਣਾਉਣ ਵਾਸਤੇ, ਬਹੁਵਚਨ ਬਣਾਉਣ ਵਾਸਤੇ ਸਾਨੂੰ ES ਕੀ ਹੈ? SH ਦੇ ਨਾਲ ਅਸੀਂ ES ਲਗਾਉਣੇ ਆ। ਤਾਂ ਸਾਡਾ ਫਸਟ ਹੀ ਪਹਿਲਾ ਕੀ ਹੈ? ਬਰਸ਼ਿਜ਼। ਕੀ ਹੈ? ਬਰਸ਼ਿਜ਼ ਕੀ ਆ ਗਿਆ? ਇਹ ਸਾਡਾ ਸਹੀ ਉੱਤਰ ਹੈ, ਪਲੂਰਲ ਬਹੁਵਚਨ ਬਣਾਉਣ ਲੱਗੇ। 8ਵਾਂ ਕੁਐਸਚਨ ਬੱਚੋ ਕੀ ਹੈ? ਇਨ ਸਰਕਲ ਦਾ ਵਰਬ ਹਿਡਨ ਇਨ ਦਾ ਗ੍ਰਿਡ। ਇਹ ਸਾਨੂੰ ਨੀਚੇ 4 ਵਰਬ ਦੀਆਂ ਫਾਰਮ ਦਿੱਤੇ ਨੇ, ਕੈਚ, ਫਾਈਂਡ, ਲੀਵ ਤੇ ਬ੍ਰੇਕ।
ठीक है। कैच, काट, काट, फाइंड, फाउंड, फाउंड, लीव, लैफ्ट, लैफ्ट, ब्रेक, ब्रोक, ब्रोकन। ਇਹ ਕੀ ਵਰਬ ਦੀਆਂ ਫਾਰਮ ਨੇ। ਸਾਨੂੰ ਕੀ ਇਹਦੇ ਵਿੱਚ ਦੱਸਣਾ ਕਿਹੜੀ ਹੈ ਬੱਚੋ। ਅਸੀਂ ਲੱਭ ਚੁੱਕੇ LEAVE ਆ ਗਿਆ ਲੀਵ, ਛੱਡਣਾ, LEAVE ਲੀਵ। ਇਹ ਕੀ ਹੈ ਸੀ ਆਪਸ਼ਨ ਅਸੀਂ ਲੱਭ ਚੁੱਕੇ, ਸੀ ਆਂਸਰ ਸਹੀ ਆਂਸਰ ਹੈ। ਅੱਗੇ ਦੇਖੋ 9ਵਾਂ ਕੁਐਸਚਨ, ਫਾइंड ਦਾ ਐਂਟੋਨੀਅਮਸ ਅਪੋजिट ਹੁੰਦਾ। ਐਂਟੋਨੀਅਮਸ ਕੀ ਹੁੰਦੇ ਬੱਚੇ ਅਪੋजिट, ਵਿਰੋਧੀ ਸ਼ਬਦ, ਉਲਟ ਸ਼ਬਦ। ਹਾਂ ਸਟਾਰਟ ਹੁੰਦਾ ਸ਼ੁਰੂ ਕਰਨਾ, ਫਿਨਿਸ਼ ਹੁੰਦਾ ਖਤਮ ਕਰ ਦੇਣਾ। ਸਟਾਰਟ ਆਪਾਂ ਕਹਿੰਦੇ ਸਟਾਰਟ ਕਰਤਾ ਕੀ ਹੈ ਫਾਸਟ ਦਾ ਲਾਸਟ ਆ ਜਾਂਦਾ, ਓਪਨ ਦਾ ਕਲੋਜ਼ ਆ ਜਾਂਦਾ ਹੈ ਨਾ ਬੱਚਿਓ। ਹਾਂ ਤੇ ਕੀ ਹੈ ਇਹ ਅਸੀਂ ਕੀ ਕਰਨਾ ਸਟਾਰਟ ਦਾ ਕੀ ਹੈਗਾ ਫਿਨਿਸ਼ ਖਤਮ ਆ ਗਿਆ ਤੇ ਇਸ ਬੀ ਆਪਸ਼ਨ ਉਲਟ ਇਸ ਦਾ ਸਹੀ ਉੱਤਰ ਹੈ। 10th ਮਾਈ ਅੰਕਲ ਇਜ਼ ਏ ਬੇਕਰ। ਮੇਰੇ ਹਾਂਜੀ ਚਾਚਾ ਜੀ ਹਨ। ਬੇਕਰ ਕੌਣ ਹੁੰਦੇ ਨੇ ਬੱਚੇ ਜਿਹੜੇ ਕਿਨੇ ਆਪਾਂ ਕਹਿ ਸਕਦੇ ਜਿਵੇਂ ਬੇਕਿੰਗ ਕਰਦੇ ਨੇ, ਕੋਈ ਜਿਵੇਂ ਬਿਸਕਿਟ ਨੇ, ਕੋਈ ਕੇਕ ਹੈ ਉਹਨਾਂ ਬਣਾਉਂਦੇ ਨੇ, ਕਨਫੈਕਸ਼ਨਰੀ ਦਾ ਸਮਾਨ ਬਣਾਉਂਦੇ ਨੇ, ਉਹਨਾਂ ਕਿ ਆਪਾਂ ਬੇਕਰ ਬੋਲਦੇ ਆ। ਕੀ ਆਏਗਾ ਉਹ ਇਕੱਲੇ ਨੇ, ਹੀ ਵੇਕਸ ਕੇਕ। ਜੇ ਇੱਥੇ ਆਉਣ ਤਾਂ ਆਪਾਂ ਸ਼ੀ ਲਿਖ ਦਿੰਦੇ, ਜੇ ਦੋ ਜਾਂ ਦੋ ਤੋਂ ਵੱਧ ਹੁੰਦੇ ਆਪਾਂ ਦੇ ਲਿਖ ਦਿੰਦੇ, ਪਰ ਇੱਥੇ ਕੀ ਇਕੱਲੇ ਚਾਚਾ ਜੀ ਇਕੱਲੇ ਨੇ ਤਾਂ ਹੀ ਆਏਗਾ ਹੀ ਵੇਕਸ ਕੇਕ, ਉਹ ਕੇਕ ਬਣਾਉਂਦੇ ਹਨ ਤਾਂ ਹੀ ਆ ਜਾਏਗਾ ਉਹਨਾਂ ਲਈ। ਅੱਗੇ 10ਵੀਂ ਦਾ ਸੈਕੰਡ ਪਾਰਟ, ਫਰੇਮ ਸੈਂਟੈਂਸ ਫਾਰ ਦਾ ਗਿਵਨ ਵਰਡਸ। ਹਾਂਜੀ ਬੱਚੋ ਇਹ ਕੀ ਹੈ ਅਸੀਂ ਨੇ ਸਾਨੂੰ ਵਰਡ ਦਿੱਤੇ ਹੋਏ ਨੇ, ਅਸੀਂ ਸੈਂਟੈਂਸ ਬਣਾਉਣਾ ਹੈ। ਜ਼ਰੂਰੀ ਨਹੀਂ ਕਿ ਮੇਰੇ ਵਾਲੇ ਸੈਂਟੈਂਸ ਬਣਾਉਣੇ ਨੇ, ਤੁਸੀਂ ਆਪਣੇ ਵੱਲੋਂ ਹੋਰ ਸੈਂਟੈਂਸ ਵੀ ਬਣਾ ਸਕਦੇ ਹੋ। ਆਰਡੀਨਰੀ ਹੁੰਦਾ ਸਧਾਰਨ, ਆਰਡੀਨਰੀ ਮੀਨਸ ਨੋਰਮਲ, ਇਹਦਾ ਮਤਲਬ ਕੀ ਹੈ ਨੋਰਮਲ, ਸਿੰਪਲ, ਸਾਦਾ। ਕੈਨਨ ਹੁੰਦੀ ਹੈ ਬੱਚੋ ਤੋਪ ਹੁੰਦੀ ਹੈ, ਆਈ ਸਾਹ ਏ ਬਿਗ ਕੈਨਨ, ਮੈਂ ਇੱਕ ਵੱਡੀ ਸਾਰੀ ਤੋਪ ਵੇਖੀ। ਚਾਈਲਡ, ਆਈ ਸਾਹ ਏ ਸਵੀਟ ਚਾਈਲਡ, ਮੈਂ ਸੋਹਣਾ ਜਾ ਬੱਚਾ। ਚਾਈਲਡ ਹੁੰਦਾ ਬੱਚਾ, ਤੁਸੀਂ ਕੁਛ ਵੀ ਦੇਖੋ ਹਾਊ ਸਵੀਟ ਚਾਈਲਡ ਇਜ਼, ਆਪਾਂ ਕੁਛ ਵੀ ਲਿਖ ਸਕਦੇ ਹਾਂ, ਜ਼ਰੂਰੀ ਨਹੀਂ ਤੁਸੀਂ ਮੇਰੇ ਵਾਲਾ ਸੈਂਟੈਂਸ ਲਿਖਣਾ, ਕੁਛ ਵੀ ਬਣਾ ਸਕਦੇ ਹੋ ਚਾਈਲਡ ਤੋਂ, ਪਰ ਇਹ ਜਿਹੜਾ ਵਰਡ ਹੈ ਇਹ ਵਿੱਚ ਆਉਣਾ ਚਾਹੀਦਾ, ਇਹ ਨਹੀਂ ਤੁਸੀਂ ਇਹ ਤੋਂ ਬਿਨਾਂ ਬਣਾ ਦੋਗੇ। ਠੀਕ ਹੈ ਨਾ। ਅੱਗੇ ਜਿਵੇਂ ਹੈਲਪ ਹੁੰਦਾ ਬੱਚੇ ਮਦਦ ਕਰਨੇ, ਹੈਲਪ ਦਾ ਪੂਅਰ, ਹੈਲਪ ਮੀ। ਠੀਕ ਹੈ ਆਪਾਂ ਕੁਛ ਵੀ ਬਣਾ ਸਕਦੇ ਹਾਂ। ਇਸ ਦਾ ਥਰਡ ਪਾਰਟ ਦੇਖੋ, ਆਨਸਰ ਦਾ ਫੋਲੋਇੰਗ ਕੁਐਸਚਨ ਇਨ ਬਰੀਫ। ਬਰੀਫ ਹੁੰਦਾ ਛੋਟਾ, ਪੂਰੇ ਵੱਡੇ ਨਹੀਂ ਲਿਖਣੇ ਆਪਾਂ ਨੇ, ਛੋਟੇ ਦੇ ਵਿੱਚ ਆਨਸਰ ਲਿਖਣੇ ਨੇ। ਹੂ ਸੈਕਰੀਫਾਈਸ देयर ਲਾਈਵਸ ਐਂਡ ਵਾਈ। ਹਾਂਜੀ ਕਿਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਕਿਉਂ। ਹਾਂਜੀ ਹੂ ਸੈਕਰੀਫਾਈਡ देयर ਲਾਈਵਸ ਐਂਡ ਵਾਈ। ਦ ਕੁੱਕਾ ਸਿੱਖ ਸੈਕਰੀਫਾਈਡ देयर ਲਾਈਵਸ ਫਾਰ ਦਾ ਸੇਕ ਆਫ ਦਾ ਫਰੀडम of their motherland। ਦਾ ਕੁੱਕਾ ਸਿੱਖ ਕਿਹਨਾਂ ਨੇ ਦਿੱਤੀਆਂ, ਹੂ ਕੁੱਕਾ ਸਿੱਖ। ਇਹਨੇ ਪੁੱਛੇ ਵੀ ਕਿਹਨਾਂ ਨੇ ਦਿੱਤੀ, 3 ਆਨਸਰ ਦੇਣੇ ਨੇ, 2 ਦੇਣੇ ਨੇ, ਇੱਕ ਵੀ ਕਿਹਨਾਂ ਨੇ ਦਿੱਤੀਆਂ ਆਪਣੀਆਂ ਜਾਨਾਂ, ਠੀਕ ਹੈ ਕੁਰਬਾਨੀਆਂ ਦਿੱਤੀਆਂ ਅਤੇ ਕਿਉਂ ਦਿੱਤੀਆਂ, 2 ਉੱਤਰ ਨੇ। ਪਹਿਲੇ ਦਾ ਉੱਤਰ ਆ ਗਿਆ ਹੂ ਸੈਕਰੀਫਾਈਡ देयर ਲਾਈਵਸ, ਦਾ ਕੁੱਕਾ ਸਿੱਖ ਸੈਕਰੀਫਾਈਡ देयर ਲਾਈਵਸ। ਇੱਥੇ ਕੀ ਹੈ ਬੱਚੋ ਇੱਥੇ ਆ ਗਿਆ, ਇੱਥੇ ਤੱਕ ਦਾ ਆਨਸਰ ਇਹ ਹੋ ਗਿਆ। ਅੱਗੇ ਵਾਈ ਕਿਉਂ ਦਿੱਤੀਆਂ, ਕਿਉਂ ਦਾ ਮਤਲਬ ਕੀ ਹੈ ਬੱਚਿਓ, ਕਿਉਂ ਦਾ ਮਤਲਬ ਹੈ ਕਿਉਂ ਦਿੱਤੀਆਂ, ਫਾਰ ਦਾ ਸੇਕ ਆਫ ਫਰੀडम ਆਫ देयर ਮਦਰਲੈਂਡ, ਆਪਣੀ ਮਾਤ ਭੂਮੀ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਹਾਂਜੀ ਸੈਕੰਡ ਪਾਰਟ ਹੈਗਾ ਹਾਊ ਕੈਨ ਵੀ ਵਿਡਰਾ ਮਨੀ ਔਨ ਹੌਲੀਡੇ। ਹਾਂਜੀ ਕੋਈ ਛੁੱਟੀ ਵਾਲੇ ਦਿਨ ਹੈ ਤਾਂ ਅਸੀਂ ਕਿਸ ਤਰ੍ਹਾਂ ਆਪਣੇ ਪੈਸੇ ਕਢਵਾ ਸਕਦੇ ਹਾਂ। ਜਿਸ ਦਿਨ ਕਿ ਛੁੱਟੀ ਵਾਲੇ ਦਿਨ ਤਾਂ ਬੈਂਕ ਬੰਦ ਹੁੰਦਾ ਤਾਂ ਆਪਾਂ ਕੀ ਕਰਾ ਸਕਦੇ ਹਾਂ ਬੱਚੇ, ਔਨ ਹੌਲੀਡੇ ਵੀ ਕੈਨ ਵਿਡਰਾ ਆਵਰ ਮਨੀ ਬਾਏ ਯੂਜ਼ਿੰਗ ATM ਕਾਰਡ। ਹਾਂਜੀ ਬੱਚੋ ATM ਜਿਹੜਾ ਕਾਰਡ 'ਤੇ ਮਸ਼ੀਨ ਲੱਗੀ ਹੁੰਦੀ ਹੈ ਉਹ 24 ਘੰਟੇ ਖੁੱਲ੍ਹਾ ਹੁੰਦਾ, ਉੱਥੇ ਕੋਈ ਛੁੱਟੀ ਨਹੀਂ ਹੁੰਦੀ, ਉੱਥੇ ਕਦੇ ਵੀ ਅਸੀਂ ਆਪਣੇ ਪੈਸੇ ਕਢਵਾ ਸਕਦੇ ਹਾਂ, ਚਾਹੇ ਛੁੱਟੀ ਹੋਵੇ ਚਾਹੇ ਕੀ ਹੈ ਵੀ ਛੁੱਟੀ ਨਾ ਹੋਵੇ। ਤਾਂ ਅਸੀਂ ATM ਕਾਰਡ ਰਾਹੀਂ ਔਨ ਹੌਲੀਡੇ ਛੁੱਟੀ ਵਾਲੇ ਦਿਨ ਵੀ ਕੈਨ ਵਿਡਰਾ ਅਸੀਂ ਕਢਾ ਸਕਦੇ ਹਾਂ ਆਰ ਮਨੀ ਆਪਣਾ ਧਨ ਬਾਏ ਯੂਜ਼ਿੰਗ ATM ਕਾਰਡ ਆਪਣਾ ATM ਕਾਰਡ ਵਰਤ ਕੇ। ਅਗਲਾ ਕੁਐਸਚਨ ਦੇਖੋ ਥਰਡ, ਰੀਅਰੇਂਜ ਦਾ ਫੋਲੋਇੰਗ ਇਨਟੂ ਐਲਫਾਬੈਟਿਕਲੀ ਆਰਡਰ। ਹਾਂਜੀ ਬੱਚੋ ਐਲਫਾਬੈਟਿਕਲੀ ਆਰਡਰ ਆਪਾਂ ਨੂੰ ਰੋਜ਼ ਆ ਰਿਹਾ ਹੈ, ਤੁਹਾਨੂੰ ਦੱਸਿਆ ਵੀ ਅਲਫਾਬੈਟਿਕਲੀ ਆਰਡਰ ਕੀ ਹੁੰਦਾ ਹੈ। ਜਿਵੇਂ ਆਪਾਂ ਕਹਿ ਸਕਦੇ ਵੀ A ਤੋਂ ਬਾਅਦ B ਹੈ, B ਤੋਂ ਬਾਅਦ C ਹੈ। ਜੇ ਕੋਈ ਬੱਚਾ ਲਿਖਦੇ A ਫਿਰ D ਲਿਖਦੇ, ਫਿਰ E ਲਿਖਦੇ, ਫਿਰ B ਲਿਖਦੇ ਤਾਂ ਬੱਚੇ ਸਮਝਾਂਗੇ ਇਹਨੂੰ ਆਉਂਦਾ ਨਹੀਂ ABC ਹੈ ਨਾ। ਅਲਫਾਬੈਟਿਕਲੀ ਹੁੰਦੇ ਨੰਬਰ ਵਾਗ, ਨੰਬਰਿੰਗ ਲੜੀ ਨੰਬਰ ਦੇ ਮੁਤਾਬਕ ਲਿਖਣਾ, A ਤੋਂ ਬਾਅਦ B, B ਤੋਂ ਬਾਅਦ C ਵਾਲੇ, C ਤੋਂ ਬਾਅਦ D ਵਾਲੇ। ਠੀਕ ਹੈ ਨਾ। ਹੁਣ ਦੇਖੋ ਜਿਵੇਂ ਵਾਂਟ, ਰਾਈਟ, ਹੋਲ, ਵੋਮ, ਵੁੱਡ, ਵਾਈਟ। ਦੇਖੋ ਬੱਚੋ ਸਾਰਿਆਂ ਨਾਲ W ਤਾਂ ਹੈ ਪਰ ਕੀ ਹੈ W ਸਭ ਤੋਂ ਪਹਿਲਾਂ A ਆਉਂਦਾ, W ਨਾਲ ਪਹਿਲਾਂ A ਵਾਲੇ ਲਿਖਾਂਗੇ, ਉਸ ਤੋਂ ਬਾਅਦ A ਤੋਂ ਬਾਅਦ E ਵਾਲੇ ਲਿਖਾਂਗੇ, A ਤੋਂ ਬਾਅਦ B ਵਾਲੇ, B ਤੋਂ ਬਾਅਦ C ਵਾਲੇ, C ਤੋਂ ਬਾਅਦ D ਵਾਲੇ। ਆਪਾਂ ਦੇਖੀ ਜਾਵਾਂਗੇ ਬੱਚੇ। ਦੇਖੋ ਪਹਿਲਾਂ WANT ਵਾਂਟ ਆ ਗਿਆ, A B, B ਵਾਲਾ ਕੋਈ ਨਹੀਂ ਹੈਗਾ, C ਵਾਲਾ ਵੀ ਕੋਈ ਨਹੀਂ ਹੈਗਾ, D ਵਾਲਾ
W ਤੋਂ ਬਾਅਦ ਕੋਈ ਨਹੀਂ ਹੈਗਾ, ਠੀਕ ਹੈ। E ਵਾਲਾ D ਵਾਲਾ ਕੋਈ ਨਹੀਂ ਹੈਗਾ, E ਵਾਲਾ F ਵਾਲਾ ਕੋਈ ਨਹੀਂ, ਉਹਦੇ ਬਾਅਦ ਬੱਚੇ H ਵਾਲਾ ਹੈ ਵਾਈਟ, ਠੀਕ ਹੈ। ਦੇਖੋ WH ਤੇ WH, ਪਰ ਕੀ ਹੈ ਇੱਥੇ ਆਪਾਂ I ਵਾਲਾ ਪਹਿਲਾਂ ਲਿਖਿਆ ਕਿਉਂਕਿ O ਤੋਂ ਪਹਿਲਾਂ I ਆਉਂਦਾ। ਆਪਾਂ ਇਹ ਵੀ ਦੇਖਣਾ ਹੈ, ਪਹਿਲਾਂ ਆਪਾਂ ਪਹਿਲਾ ਮਿਲਾਉਣਾ ਲੈਟਰ, ਫਿਰ ਆਪਾਂ ਦੂਸਰਾ ਲੈਟਰ ਮਿਲਾਉਣਾ ਹੈ, ਫਿਰ ਆਪਾਂ ਤੀਸਰਾ ਲੈਟਰ ਮਿਲਾਉਣਾ। ਇੱਦਾਂ ਆਪਾਂ ਦੇਖ ਦੇਖ ਕੇ ਲਿਖਣਾ ਹੈ ਵਾਈਟ ਹੋਲ, ਠੀਕ ਹੈ। WH ਤਾਂ ਸਾਰਾ 'ਚ ਆ ਗਿਆ, ਪਰ ਕੀ ਹੈ O ਤੋਂ ਪਹਿਲਾਂ I ਆਉਂਦੀ ਹੈ, ਇਸ ਕਰਕੇ ਅਸੀਂ I ਵਾਲਾ ਪਹਿਲਾਂ ਲਿਖਾਂਗੇ ਵਾਈਟ ਹੋਲ, ਫਿਰ O ਵਾਲਾ ਲਿਖਾਂਗੇ ਵੁੱਡ। ਹਾਂਜੀ ਕਿਉਂ, ਕਿਉਂਕਿ O ਹੈ, ਉਹਦੇ ਬਾਅਦ D ਆ ਗਿਆ। ਇੱਥੇ W ਤੋਂ ਬਾਅਦ R ਕੀ ਹੈ D ਤੋਂ ਬਾਅਦ ਆਉਂਦਾ, ਵਾਰਮ ਤੇ ਰਾਈਟ, WRIT ਰਾਈਟ, ਇਸ ਕਰਕੇ ਇਹਨੂੰ ਕਹਿੰਦੇ ਨੇ ਅਲਫਾਬੈਟਿਕਲੀ ਆਰਡਰ ਦੇ ਵਿੱਚ ਲਿਖਣਾ। ਅੱਗੇ ਫੋਰਥ ਦੇਖੋ, ਅੰਡਰਲਾਈਨ ਐਡਵਰਬ ਇਨ ਦਾ ਫੋਲੋਇੰਗ ਸੈਂਟੈਂਸਿਸ। ਹਾਂਜੀ ਬੱਚਿਓ, ਐਡਵਰਬ ਕੀ ਨੇ ਜਿਹਦੇ ਨਾਲ ਕੀ ਆਪਾਂ ਤੁਹਾਡੇ ਹਲਕਾ ਜਿਹਾ ਦੱਸ ਰਹੀ ਹਾਂ, ਮੈਂ ਪੂਰਾ ਨਹੀਂ ਦੱਸ ਰਹੀ, ਜਿਹਦੇ ਨਾਲ LY ਲੱਗਿਆ ਹੋਵੇ, ਸਮੂਥਲੀ, ਤਾਂ ਪਲੇਨ ਲੈਂਡਡ ਸਮੂਥਲੀ, ਹੈ ਨਾ। ਹਾਂਜੀ ਜਿਹੜਾ ਕੀ ਹੈ ਜਹਾਜ਼ ਹੈ ਉਹ ਬੜੇ ਸਮੂਥਲੀ ਢੰਗ ਨਾਲ ਭਾਵ ਨੀਚੇ ਉਤਰਿਆ, ਠੀਕ ਹੈ, ਲੈਂਡ ਕੀਤਾ। ਦਾ ਡਰਾਈਵਰ ਬਲੂ ਦਾ ਹੌਰਨ ਲਾਊਡਲੀ, ਲਾਊਡਲੀ ਨਾ ਉੱਚੀ, ਕੀ ਹੈ ਉਹਨੇ ਕੀ ਹੈ ਵੀ ਜਿਹੜਾ ਹੌਰਨ ਹੈ ਉੱਚੀ, ਜਿਹੜਾ ਉੱਚੀ ਸ਼ਬਦ ਕੀ ਹੈ ਐਡਵਰਬ ਹੈ, ਇੱਥੇ ਸਮੂਥਲੀ ਆ ਗਿਆ। ਸੀ ਡਾਂਸਡ ਬਿਊਟੀਫੁਲੀ ਔਨ ਦਾ ਸਟੇਜ, ਕਿਸ ਤਰ੍ਹਾਂ ਉਹਨੇ ਡਾਂਸ ਕੀਤਾ ਸਟੇਜ 'ਤੇ, ਬਿਊਟੀਫੁਲੀ ਸੁੰਦਰ ਢੰਗ ਨਾਲ, ਬਹੁਤ ਵਧੀਆ ਢੰਗ ਨਾਲ। ਤਾਂ ਬਿਊਟੀਫੁਲੀ ਕੀ ਆ ਗਿਆ ਐਡਵਰਬ ਆ ਗਿਆ, ਉਹਦੀ ਦੱਸ ਰਿਹਾ ਹੈ ਨਾ। ਦਾ ਸੋਲਜਰਸ ਫਾਊਟ ਬਰੇਵਲੀ, ਸੋਲਜਰ ਲੜੇ ਤਾਂ ਸਹੀ ਪਰ ਕਿਵੇਂ ਲੜੇ, ਬਰੇਵਲੀ ਬਹਾਦਰੀ ਦੇ ਨਾਲ, ਤਾਂ ਬਰੇਵਲੀ ਕੀ ਹੈ ਇੱਥੇ ਐਡਵਰਬ ਹੈ। ਅੱਗੇ ਫਿਫਥ ਪਾਰਟ ਦੇਖੋ, ਕੁਐਸਚਨ ਫਿਲ ਇਨ ਦ ਬਲੈਂਕਸ ਵਿਦ ਕਰੈਕਟ ਐਡਵਰਬ ਫਰੋਮ ਦਾ ਬਾਕਸ। ਹਾਂਜੀ ਇੱਥੇ ਅਸੀਂ ਅੰਡਰਲਾਈਨ ਕਰਨਾ ਸੀ, ਅਸੀਂ ਇੱਥੇ ਫਿੱਟ ਕਰਨਾ ਹੈ ਆਪਣੇ ਹਿਸਾਬ ਦੇ ਨਾਲ, ਦੇਖ ਕੇ ਵਰਡ ਦਾ ਮੀਨਿੰਗ ਕੱਢ ਕੇ ਵੀ ਕਿਹੜਾ ਮੀਨਿੰਗ ਕਿਹੜੇ ਨਾਲ ਸਹੀ ਹੈ ਕਿਹੜੇ ਸੈਂਟੈਂਸ ਦੇ ਵਿੱਚ। ਦਾ ਲਾਇਨ ਰੋਅਰਡ ਐਂਗਰਲੀ, ਰੋਅਰਡ ਹੁੰਦਾ ਵਿੱਚ ਹਾਂ ਗਰਜਣਾ, ਗੁੱਸੇ ਦੇ ਵਿੱਚ, ਦਹਾੜਨਾ, ਸ਼ੇਰ ਗੁੱਸੇ ਵਿੱਚ ਦਹਾੜਿਆ। ਦਾ ਚਿਲਡਰਨ ਆਰ ਰੀਡਿੰਗ ਲਾਊਡਲੀ, ਤਾਂ ਜੇ ਆਪਾਂ ਇੱਥੇ ਐਂਗਰਲੀ ਜੇ ਆਪਾਂ ਕਹਿੰਦੇ ਬੱਚੇ ਆ ਰੀਡਿੰਗ ਐਂਗਰਲੀ, ਬੱਚੇ ਗੁੱਸੇ ਵਿੱਚ ਪੜ੍ਹ ਰਹੇ ਹਨ, ਤਾਂ ਗਲਤ ਹੋ ਜਾਏਗਾ। ਗੁੱਸੇ 'ਚ ਕਿਉਂ ਪੜ੍ਹਨਗੇ, ਬੱਚੇ ਤਾਂ ਖੁਸ਼ੀ ਹੋ ਕੇ ਉੱਚੀ ਪੜ੍ਹਨਾ ਚਾਹੀਦਾ ਹੈ, ਤਾਂ ਅਸੀਂ ਇੱਥੇ ਲਾਊਡਲੀ ਬੋਲਾਂਗੇ। ਇੱਥੇ ਕੀ ਆਏਗਾ ਲਾਊਡਲੀ ਆਏਗਾ, ਅਸੀਂ ਇੱਥੇ ਐਂਗਰਲੀ ਨਹੀਂ ਲਿਖ ਸਕਦੇ। ਬੱਚੇ ਕੀ ਹੈ ਵੀ ਉੱਚੀ ਆਵਾਜ਼ ਵਿੱਚ ਪੜ੍ਹ ਰਹੇ ਹਨ। ਆਈ ਐਮ ਟਾਇਰਡ, ਮੈਂ ਥੱਕ ਚੁੱਕਿਆ ਹਾਂ, ਜਾਂ ਮੈਂ ਥੱਕਿਆ ਹੋਇਆ। ਲੈਟਸ ਵਾਕ ਸਲੋਲੀ, ਕੀ ਹੈ ਆਓ ਆਪਾਂ ਹੌਲੀ ਹੌਲੀ ਜਿਹੇ ਆਰਾਮ ਨਾਲ ਚੱਲਦੇ ਹਾਂ। ਇਹ ਤਾਂ ਨਹੀਂ ਆਪਾਂ ਤੇਜ਼ ਚੱਲਦੇ ਹਾਂ, ਆਪਾਂ ਥੱਕੇ ਹੋਏ ਥੱਕ ਕੇ ਕਿ ਆਪਾਂ ਸਲੋਲੀ ਹੌਲੀ ਚੱਲਾਂਗੇ। ਤਾਂ ਇੱਥੇ ਆਪਾਂ ਲਾਊਡਲੀ ਵੀ ਨਹੀਂ ਕਹਿ ਸਕਦੇ, ਐਂਗਰਲੀ ਵੀ ਨਹੀਂ ਲਿਖ ਸਕਦੇ। ਵਰਡ ਮੀਨਿੰਗ ਕੀ ਅਸੀਂ ਸਹੀ ਦੇਖਣਾ ਵੀ ਕਿੱਥੇ ਠੀਕ ਰਹੇਗਾ, ਇਹਦੀ ਆਵਾਜ਼ ਕੀ ਹੈ ਜਿਹੜੀ ਇਹਦਾ ਅਰਥ ਕਿੱਥੇ ਸਹੀ ਕਿੱਥੇ ਲੱਗੇਗਾ। ਸ਼ੀ ਕੇਅਰਫੁਲੀ ਰੈਪਰ ਹਰ ਪ੍ਰੈਜੈਂਟ ਹੁੰਦਾ ਬੱਚੇ ਕੋਈ ਵੀ ਗਿਫਟ, ਉਸਨੇ ਆਪਣਾ ਜਿਹੜਾ ਗਿਫਟ ਹੈ ਉਹ ਕੀ ਹੈ ਕੇਅਰਫੁਲੀ ਬੜੀ ਸਾਵਧਾਨੀ ਦੇ ਨਾਲ ਰੈਪ ਕੀਤਾ, ਉਸਨੂੰ ਲਪੇਟਿਆ। ਛੇਵਾਂ ਫਿਲ ਇਨ ਦ ਬਲੈਂਕਸ ਚੂਜ਼ਿੰਗ ਦਾ ਕਰੈਕਟ ਹੋਮੋਫੋਨਸ। ਹੋਮੋਫੋਨਸ ਕੀ ਹੁੰਦੇ ਨੇ ਬੱਚਿਓ, ਜਿਨ੍ਹਾਂ ਦੇ ਅਰਥ ਤਾਂ ਵੱਖਰੇ ਵੱਖਰੇ ਹੋਣ ਪਰ ਬੋਲਣ ਦੇ ਵਿੱਚ ਆਵਾਜ਼ ਕੀ ਹੈ ਵੀ ਇੱਕੋ ਹੋਵੇ, ਮੀਨਿੰਗ ਵੀ ਵੱਖਰੇ ਹੋਣ ਅਤੇ ਆਵਾਜ਼ ਕੀ ਹੈ ਇੱਕੋ ਹੋਵੇ। ਵੀ ਆਰ ਨਾਟ ਕੀ ਅਲਾਉਡ ਟੂ ਰੀਡ, ਅਲਾਉਡ ਹੁੰਦਾ ਉੱਚੀ ਤਰ੍ਹਾਂ, ਅਲਾਓ ਹੁੰਦਾ ਬੱਚੇ ਅਲਾਉਡ, ਇਹਨੂੰ ਵੀ ਅਲਾਉਡ ਬੋਲਾਂਗੇ ਇਹਨੂੰ ਵੀ ਅਲਾਉਡ ਬੋਲਾਂਗੇ, ਪਰ ਇਹ ਅਲਾਉਡ ਹੁੰਦੇ ਇਜਾਜ਼ਤ ਨਾ ਮਿਲਣਾ ਹੀ, ਅਲਾਉ ਹੁੰਦਾ ਹੁਕਮ ਨਾ ਮਿਲਣਾ, ਅਲਾਉਡ ਹੁੰਦਾ ਉੱਚੀ। ਵੀ ਆਰ ਨਾਟ ਅਲਾਉਡ ਟੂ ਰੀਡ ਇਨ ਦਾ ਲਾਊਡ ਕੀ ਹੈ ਰੀਡ ਲਾਊਡ ਇਨ ਦਾ ਲਾਇਬ੍ਰੇਰੀ। ਇੱਥੇ ਅਲਾਓ ਅਲਾਉਡ ਪਹਿਲੇ ਨੰਬਰ 'ਚ ਆਏਗਾ ਅਤੇ ਲਾਊਡ, ਸਾਨੂੰ ਲਾਇਬ੍ਰੇਰੀ ਦੇ ਵਿੱਚ ਉੱਚੀ ਪੜ੍ਹਨ ਦੀ ਇਜਾਜ਼ਤ ਨਹੀਂ ਮਿਲੀ ਹੈ। ਡੋਂਟ, ਹਾਂਜੀ ਡੋਂਟ ਵੀ ਨੀਅਰ ਦਾ ਟਰੀ, ਦਰਖਤ ਦੇ ਨੇੜੇ ਨਾ ਆਓ। ਇਟ ਹੈਜ਼ ਏ ਵੀ ਹਾਈਵ, ਵੀ ਹੁੰਦਾ ਦੇਖੋ ਬੱਚੇ ਇਹ ਵੀ ਵੀ ਹੈ ਇਹ ਵੀ ਬੀ ਹੈ, ਪਰ ਵੀ ਹਾਈਵ ਕੀ ਹੁੰਦਾ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ, ਵੀ ਹਾਈਵ। ਇੱਥੇ ਪਹਿਲਾ ਵਾਲਾ ਵੀ ਆਏਗਾ, ਇੱਥੇ ਦੂਸਰੇ ਵਾਲਾ ਵੀ ਆਏਗਾ। ਆਵਾਜ਼ ਦੋਨਾਂ ਦੀ ਇੱਕੋ ਹੈ, ਅੱਖਰ ਕੀ ਅਲੱਗ ਅਲੱਗ ਨੇ, ਲੈਟਰ ਅਲੱਗ ਅਲੱਗ ਨੇ, ਅਰਥ ਵੀ ਅਲੱਗ ਅਲੱਗ ਨੇ। ਹਾਂਜੀ ਸਿਟ ਹੇਅਰ, ਹੇਅਰ ਹੁੰਦਾ ਇੱਥੇ, ਇਹਨੂੰ ਵੀ ਹੇਅਰ ਬੋਲਾਂਗੇ ਇਹਨੂੰ ਵੀ ਹੇਅਰ ਬੋਲਾਂਗੇ। ਇੱਕ ਹੇਅਰ ਮੈਨੇ ਸੁਣਨਾ ਹੁੰਦਾ, ਇੱਕ ਹੇਅਰ ਮੈਨੇ ਨੇੜੇ ਹੁੰਦਾ, ਇੱਥੇ ਆਪਾਂ ਕਹਿੰਦਾ ਇੱਥੇ ਆਓ। ਕਮ ਹੇਅਰ, ਸਿਟ ਹੇਅਰ ਐਂਡ ਹੀਅਰ ਦਾ ਸੋਫਟ ਮਿਊਜ਼ਿਕ, ਅਤੇ ਸੁੰਦਰ ਕੀ ਹੈ ਸੋਫਟ ਹੁੰਦਾ ਬੜਾ ਸ਼ਾਂਤੀ ਢੰਗ ਦੇ ਨਾਲ ਮਿਊਜ਼ਿਕ ਸੁਣੋ ਜਿਹੜਾ ਸੋਫਟ ਚੱਲ ਰਿਹਾ ਹੈ ਨਾ।
ਹਲਕੀ ਆਵਾਜ਼ ਦੇ ਵਿੱਚ। ਇਹਦਾ ਮਤਲਬ ਹੀਅਰ, ਇੱਥੇ ਹੀਅਰ ਆਏਗਾ ਦੂਸਰੇ ਨੰਬਰ ਵਾਲਾ। HEAR ਇੱਥੇ ਪਹਿਲੇ ਨੰਬਰ 'ਚ ਹੈਗਾ, HEAR ਹੀਅਰ। ਹਾਂਜੀ ਬੱਚਿਓ, ਡੂ ਨਾਟ, ਇਹਨੂੰ ਵੀ ਨਾਟ ਬੋਲਿਆ ਜਾਂਦਾ, ਇਹਨੂੰ ਵੀ ਨਾਟ, ਪਰ ਇਹ ਹੁੰਦਾ ਨਾਟ ਹੁੰਦਾ ਗੱਠ, ਕੀ ਆਪਾਂ ਕਹਿ ਸਕਦੇ ਹਾਂ ਟਾਈ ਦੀ ਗੱਠ ਕਹਿ ਸਕਦੇ ਹਾਂ। ਇਹ ਨਾਟ ਹੁੰਦਾ ਨਹੀਂ। ਡੂ ਨਾਟ, ਇੱਥੇ ਕੀ ਨਾਟ ਆਏਗਾ। ਡੂ ਨਾਟ ਟਾਈ ਦਾ 2 ਰੋਪਸ, 2 ਰੱਸੀਆਂ ਨੂੰ ਨਾ ਬੰਨੋ ਵਿਦ ਏ ਨਾਟ, ਇੱਕ ਗੱਠ ਦੇ ਨਾਲ। ਤਾਂ ਇੱਥੇ ਸੈਕੰਡ ਨਾਟ ਆਏਗਾ, ਇੱਥੇ ਵਾਲਾ ਨਾਟ ਆਏਗਾ। ਹਾਂਜੀ, ਇਨਵੀਟੇਸ਼ਨ ਹੈ, ਕਿਸੇ ਨੂੰ ਵੀ ਆਪਾਂ ਕੀ ਹੈ ਕੰਪਲੀਟ ਦਾ ਫੋਲੋਇੰਗ ਇਨਵੀਟੇਸ਼ਨ ਫਾਰ ਯੂਰ ਫਰੈਂਡ। ਇਨਵੀਟੇਸ਼ਨ ਦੇ ਵਿੱਚ ਸੱਦਾ ਦੇਣਾ ਕਿਸੇ ਨੂੰ, ਆਪਾਂ ਆਪਣੇ ਵਿਆਹ 'ਤੇ, ਆਪਣੇ ਭੈਣ ਭਰਾ ਦੇ ਵਿਆਹ 'ਤੇ, ਜਾਂ ਤੁਸੀਂ ਆਪਣੇ ਵਿਆਹ 'ਤੇ ਵੀ ਸੱਦਾ ਦੇ ਸਕਦੇ ਹੋ ਭਾਈ, ਹੈ ਨਾ। ਅਤੇ ਜਦੋਂ ਤੁਹਾਡਾ ਵਿਆਹ ਹੋਏਗਾ ਅਤੇ ਨੰਬਰ 2 'ਤੇ ਤੁਸੀਂ ਬਰਥਡੇ ਪਾਰਟੀ 'ਤੇ, ਜਾਂ ਆਪਣੇ ਭੈਣ ਭਰਾ ਦੀ ਮੰਮੀ ਡੈਡੀ ਦੀ ਕਿ ਮੈਰਿਜ ਐਨਵਰਸਰੀ 'ਤੇ ਇਨਵੀਟੇਸ਼ਨ ਦੇ ਸਕਦੇ ਹੋ। ਹਾਂ, ਅਤੇ ਤੁਸੀਂ ਡੇਟ ਲਿਖਣੀ ਹੈ, ਟਾਈਮ ਕਿੰਨੇ ਵਜੇ ਤੋਂ ਤੁਹਾਡਾ ਪ੍ਰੋਗਰਾਮ ਹੈ, ਕਿੱਥੇ ਜਗ੍ਹਾ ਤੁਹਾਡਾ ਮੈਰਿਜ ਪੈਲਸ ਦੇ ਵਿੱਚ ਹੈ, ਜਾਂ ਕਿਸੇ ਧਰਮਸ਼ਾਲਾ ਦੇ ਵਿੱਚ ਹੈ, ਜਾਂ ਤੁਹਾਡੇ ਘਰ ਦੇ ਵਿੱਚ ਹੈ। ਵੈਨਿਊ ਹੁੰਦਾ ਜੋ ਜਗ੍ਹਾ ਦਾ ਨਾਮ ਲਿਖਣਾ, ਮਾਈ ਹੋਮ ਕਹਿ ਸਕਦੇ ਹਾਂ। ਕਿਹਨੂੰ ਲਿਖ ਰਹੇ ਹੋ, ਆਪਣੇ ਫਰੈਂਡ ਨੂੰ ਲਿਖ ਰਹੇ ਹੋ, ਜੇ ਤੇ ਫਰੈਂਡ ਹੈ ਜਾਂ ਆਪਣਾ ਕਜ਼ਨ ਹੈ ਜਾਂ ਕੋਈ ਅੰਕਲ ਆਂਟ, ਆਪਾਂ ਕੁਛ ਵੀ ਇੱਥੇ ਲਿਖ ਸਕਦੇ ਹਾਂ। ਟੀਚਰ ਹੈ ਤਾਂ ਅਸੀਂ ਇੱਥੇ ਉਸ ਨੂੰ ਲਿਖਾਂਗੇ, ਜੇ ਫਰੈਂਡ ਹੈ ਤਾਂ ਇੱਥੇ ਫਰੈਂਡ ਲਿਖ ਦਾਂਗੇ। ਯੂ ਆਰ ਇਨਵਾਈਟਡ ਟੂ ਮਾਈ ਬਰਥਡੇ ਪਾਰਟੀ ਐਟ ਮਾਈ ਹੋਮ, ਤੁਹਾਨੂੰ ਮੇਰੇ ਜਨਮ ਦਿਨ ਦੀ ਪਾਰਟੀ 'ਤੇ ਸੱਦਾ ਦਿੱਤਾ ਜਾਂਦਾ ਹੈ। ਇਟ ਵਿਲ ਵੀ ਗ੍ਰੇਟ ਫਨ, ਅਸੀਂ ਕਿ ਵੀ ਵਿਲ ਵੀ ਗ੍ਰੇਟ ਫਨ, ਅਸੀਂ ਕੀ ਇੱਕ ਬਹੁਤ ਵਧੀਆ ਮਜ਼ਾ ਕਰਾਂਗੇ। ਬੱਚਿਓ ਇਹ ਕੀ ਹੋ ਗਿਆ, ਇਹ ਕੀ ਇੱਕ ਸੱਦਾ ਪੱਤਰ ਹੋ ਗਿਆ, ਠੀਕ ਹੈ ਨਾ। ਤੁਸੀਂ ਵੀ ਦੇ ਸਕਦੇ ਹੋ। ਅੱਗੇ 7ਵਾਂ ਕੁਐਸਚਨ, 8ਵਾਂ ਦੇਖੋ, ਰਾਈਟ 4 ਸੈਂਟੈਂਸ ਅਬਾਊਟ ਦਾ ਗਿਵਨ ਪਿਕਚਰ। ਇਸ ਪਿਕਚਰ ਨੂੰ ਦੇਖ ਕੇ ਬੱਚਿਓ ਤੁਸੀਂ ਕੋਈ ਵੀ ਕੀ ਕਰ ਸਕਦੇ ਹੋ। ਆਪਾਂ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਮੁਤਾਬਕ ਹੀ ਲਿਖਣਾ ਹੈ। ਤੁਸੀਂ ਕੀ ਕਰ ਸਕਦੇ ਹੋ, ਆਪਣੇ ਵੱਲੋਂ ਕੋਈ ਵੀ ਵਰਡ, ਇਹਨੂੰ ਲੱਗਦਾ ਤੁਹਾਨੂੰ ਵੀ ਸਾਨੂੰ ਕਿੱਦਾਂ ਦਾ ਦ੍ਰਿਸ਼ ਲੱਗਦਾ ਹੈ, ਤੁਸੀਂ ਉਹਨੂੰ ਦੇਖ ਕੇ ਆਪਣਾ ਕੀ ਕਰ ਸਕਦੇ ਹਾਂ, ਆਪਾਂ ਕੋਈ ਵੀ 4 ਸੈਂਟੈਂਸ ਲਿਖ ਸਕਦੇ ਹਾਂ। ਪਰ ਮੈਂ ਨਹੀਂ ਲਿਖੇ, ਤੁਸੀਂ ਖੁਦ ਲਿਖਣੇ ਨੇ। ਮੈਂ ਤੁਹਾਨੂੰ ਦੱਸ ਹੀ ਵੀ ਦਿੰਦੀ ਹਾਂ ਕੀ ਲਿਖੋਗੇ। ਦੇਖੋ ਹਾਂਜੀ, ਕੀ ਟਰੀਜ਼ ਨੇ, ਫਲਾਵਰਸ ਨੇ, ਕਲਾਊਡਸ ਨੇ। ਅੱਗੇ ਮੈਂ ਰੋਜ਼ ਲਿਖਦੀ ਹਾਂ, ਪਰ ਅੱਜ ਮੈਂ ਨਹੀਂ ਲਿਖਿਆ ਕਿਉਂਕਿ ਮੈਨੂੰ ਉਮੀਦ ਹੈ ਕਿ ਮੇਰੇ ਬੱਚੇ ਖੁਦ ਵੀ ਕੋਸ਼ਿਸ਼ ਕਰਕੇ ਦੇਖਣਗੇ, ਆਪਣੀ ਕੀ ਕਰਨਗੇ ਵੀ ਉਹ ਕੰਪਰੀਹੈਂਸ਼ਨ ਦੁਆਰਾ ਖੁਦ ਬਣਾ ਕੇ ਦੇਖਣਗੇ ਵੀ ਉਹਨਾਂ ਨੂੰ ਕੁਝ ਆਉਂਦਾ। ਜੇਕਰ ਨਹੀਂ ਤੁਹਾਨੂੰ ਲੱਗਿਆ ਤਾਂ ਮੈਨੂੰ ਲਿਖ ਦਿਓ ਨੀਚੇ ਵੀਡੀਓ ਦੇ ਵੀ, ਮੈਡਮ ਜੀ ਦੁਬਾਰਾ ਕਰਵਾ ਦਿਓ, ਮੈਂ ਤੁਹਾਨੂੰ ਦੁਬਾਰਾ ਕਰਵਾ ਦੇਵਾਂਗੀ, ਠੀਕ ਹੈ ਬੱਚਿਓ। ਨਹੀਂ ਤੁਸੀਂ ਖੁਦ ਕੋਸ਼ਿਸ਼ ਕਰਨੀ ਹੈ। ਚਲੋ ਕੱਲ੍ਹ ਮਿਲਦੇ ਹਾਂ ਫਿਰ। ਓਕੇ ਬਾਏ, ਹੈਵ ਏ ਨਾਈਸ